जाट ही देश को दिशा दे सकते हैं, इसलिए मैं इन सबको जोड़ने के लिए यहाँ मैं आया हूँ। मेरा मकसद इनके साथ काम करना, इनको आशीर्वाद देना। मैं 85 ईयर्स का हूँ और मुझे लगता है कि हम सब मिलके जो आज संकट देश पर आया है, देश भयंकर संकट में है, इसीलिए देश को बचाने के लिए मैं इनको विनती करने को आया। और देश का ये संगठन का नाम ही आज देश बचाओ मोर्चा रखा है। जय भारत, जय संविधान। ਅੱਜ ਲਗਭਗ ਦੇਸ਼ ਦੇ ਬਹੁਤ ਵੱਡੇ ਹਿੱਸੇ ਨੇ ਇੱਥੇ ਸ਼ਮੂਲੀਅਤ ਕੀਤੀ ਆ ਔਰ ਬਕੌਲ ਗੁਰਨਾਮ ਸਿੰਘ ਜੀ ਚਨੂਨੀ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅਮਰੀਕਾ ਭਾਰਤ ਸਮਝੌਤੇ ਵਾਲੇ ਮਸਲੇ ਤੇ ਪੂਰੇ ਦੇਸ਼ ਦੇ ਹਿੱਸੇ ਨੂੰ ਇਕੱਠਾ ਕੀਤਾ ਹੈਗਾ ਵਾ ਔਰ ਸਾਰਿਆਂ ਨੂੰ ਚਿੱਠੀ ਲਿਖੀ ਸੀਗੀ। ਠੀਕ ਹੈ ਜੀ। ਔਰ ਜਿਹੜੇ ਕੁਝ ਹੁਣ ਰਹਿ ਵੀ ਗਏ ਆ, ਕੋਸ਼ਿਸ਼ ਹੋਊਗੀ ਵੀ ਉਹ ਸਾਰਿਆਂ ਨੂੰ ਫਿਰ ਜੇ ਕੋਈ ਰਹਿ ਗਿਆ ਤੇ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ। ਤੋਂ ਅੱਜ ਜਿਹੜਾ ਨਾਂ ਇਸ ਕਰਕੇ ਵੀ ਸਾਰੇ ਦੇਸ਼ ਦੇ ਸੰਘਰਸ਼ੀ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾਏ। ਤੋਂ ਜਿਹੜੀ ਸਹਿਮਤੀ ਬਣੀ ਆ ਉਹ ਦੇਸ਼ ਬਚਾਓ ਮੋਰਚਾ ਤੇ ਬਣੀ ਹੈਗੀ ਆ ਔਰ ਉਹਦੀ ਜਿਹੜੀ ਪਹਿਲੀ ਕਾਲ ਇਹ ਆ ਵੀ ਅਸੀਂ ਕਿਸਾਨ ਘਾਟ ਜਿਹੜਾ ਨਵੀਂ ਦਿੱਲੀ 'ਚ ਆ 21 ਜੁਲਾਈ ਨੂੰ ਉੱਥੇ ਲੱਖਾਂ ਦੀ ਗਿਣਤੀ ਵਿੱਚ ਇਸ ਸਾਰੇ ਸੰਗਠਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉੱਥੇ ਕਿਸਾਨਾਂ, ਮਜ਼ਦੂਰਾਂ, ਹਰ ਵਰਗ ਦੇ ਲੋਕਾਂ ਨੂੰ ਉੱਥੇ ਲੈ ਕੇ ਜਾਈਏ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਵਾ ਔਰ ਆਪਣੀ ਗੱਲ ਜਾਵੇ ਵੀ ਜਿਹੜਾ ਵਾ ਭਾਰਤ ਅਮਰੀਕਾ ਟ੍ਰੇਡ ਸਮਝੌਤਾ ਇਹ ਨਹੀਂ ਹੋਣਾ ਚਾਹੀਦਾ। ਦੇਸ਼ ਦੇ ਹਿੱਤ ਵਿੱਚ ਨਹੀਂਗਾ, ਨਾ ਖੇਤੀ ਸੈਕਟਰ ਦੇ ਹਿੱਤ ਵਿੱਚ ਆ, ਨਾ ਡੇਅਰੀ ਖੇਤਰ ਦੇ ਹਿੱਤ ਵਿੱਚ ਹੈਗਾ ਵਾ। ਉਹਦੇ ਵਾਸਤੇ ਉਹਦੇ ਪ੍ਰਚਾਰ ਪ੍ਰੋਪਗੈਂਡੇ ਲਈ 15 ਜੁਲਾਈ ਨੂੰ ਮੋਟਰਸਾਈਕਲ ਮਾਰਚ ਰੱਖਿਆ ਹੈਗਾ ਵਾ। ਮੋਟਰਸਾਈਕਲ ਮਾਰਚ ਕਰਕੇ ਆਪੋ ਆਪਣਾ ਏਰੀਆ ਹੁੰਦਾ, ਜਿਵੇਂ ਰਾਜਸਥਾਨ ਦੇ ਵਿੱਚ ਤਾਂ ਬਲਾਕ ਹੀ ਜ਼ਿਲ੍ਹੇ ਤੋਂ ਵੱਡਾ ਹੁੰਦਾ, ਕੋਈ ਬਲਾਕ ਲੈਵਲ ਤੇ ਵੀ ਮਾਰਚ ਕਰ ਸਕਦਾ, ਤਹਿਸੀਲਦਾਰ ਨੂੰ ਮੰਗ ਪੱਤਰ ਦੇ ਦੇਵੇ, ਕੋਈ ਤਹਿਸੀਲ ਲੈਵਲ ਤੇ ਕਰਕੇ ਐਸਡੀਐਮ ਨੂੰ ਮੰਗ ਪੱਤਰ ਦੇ ਦੇਵੇ, ਕੋਈ ਜ਼ਿਲ੍ਹਾ ਲੈਵਲ ਤੇ ਕਰਕੇ ਡੀਸੀ ਨੂੰ ਮੰਗ ਪੱਤਰ ਪ੍ਰਧਾਨ ਮੰਤਰੀ ਦੇ ਨਾਂ ਤੇ ਜਿਹੜਾ ਆਪਾਂ ਉਹਨੂੰ ਸਮਝੌਤੇ ਨੂੰ ਡੀਲ ਨੂੰ ਰੱਦ ਕਰਨ ਲਈ ਬਣਾਵਾਂਗੇ। ਇਹਦੇ ਨਾਲ ਇਹ ਜਿਹੜੀ ਕੰਮ ਚਲਾਊ ਕਮੇਟੀ ਬਣੀ ਆ, ਇਸ ਕਰਕੇ ਕੰਮ ਚਲਾਈ ਕਮੇਟੀ ਬਣੀ ਆ, ਗਾਹਾਂ ਵਿਚਾਰ ਚਰਚਾ ਕਰਕੇ ਜੇ ਕੋਈ ਯੋਗ ਆਗੂ ਨਹੀਂ ਹੋਊਗਾ ਉਹ ਬਾਹਰ ਵੀ ਜਾ ਸਕਦਾ। ਜੇ ਕੋਈ ਯੋਗ ਆਗੂ ਕਮੇਟੀ ਤੋਂ ਰਹਿ ਗਿਆ ਤੇ ਉਹ ਸ਼ਾਮਲ ਵੀ ਕੀਤਾ ਜਾ ਸਕਦਾ। ਕੋਈ ਹਤਮੀ ਪੱਕੀ ਕਮੇਟੀ ਨਹੀਂ ਚੁਣਦੀ ਵੀ ਜਿਹੜੇ ਚੁਣੇ ਗਏ ਇਹੀ ਰਹਿਣਗੇ। ਇਹ ਗਾਂ ਸੋਚ ਵਿਚਾਰ ਦਾ, ਇਹ ਕੰਮ ਚਲਾਉਣ ਲਈ ਕੰਮ ਕਰਨ ਵਾਲੀ ਕਮੇਟੀ ਆ ਵੀ ਹਾਲੇ ਵੀ ਕੁਝ ਜਿਹੜੇ ਸੰਗਠਨ ਰਹਿ ਗਏ ਉਹਨਾਂ ਨੂੰ ਨਾਲ ਲੈ ਕੇ ਆਈਏ। ਔਰ ਜਿਹੜਾ ਚਨੂਨੀ ਸਾਹਿਬ ਨੇ ਕਿਹਾ ਵੀ ਕਾਮਨ ਮਿਨੀਮਮ ਏਜੰਡਾ, ਹਜੇ ਟ੍ਰੇਡ ਅਮਰੀਕਾ ਟ੍ਰੇਡ ਡੀਲ ਤੇ ਆ, ਹੋਰ ਕਿਹੜੀਆਂ ਮੰਗਾਂ ਜਿਵੇਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ ਜਾਂ ਕਰਜ਼ਾ ਮੁਕਤੀ ਆ ਜਾਂ ਹੋਰ ਮੰਗਾਂ ਨੇ, ਇਹਨਾਂ ਮੰਗਾਂ ਤੇ ਸਹਿਮਤੀ ਬਣਾ ਕੇ ਉਹਨੂੰ ਨਾਲ ਸ਼ਾਮਲ ਕੀਤਾ ਜਾ ਸਕੇ। ਔਰ ਇਹ ਵੀ ਅੱਜ ਪਾਸ ਕੀਤਾ, ਮਤਾ ਪਾਸ ਕਰਕੇ ਵੀ ਹਰ ਇੱਕ ਸਟੇਟ ਦੀ ਆਪਣੀ ਬੋਡੀ ਹੋਊਗੀ ਇਕੱਠੇ ਕਰਕੇ ਔਰ ਉਹ ਸਟੇਟ ਆਪਣੇ ਤੌਰ ਤੇ ਮੀਟਿੰਗ ਕਰਕੇ ਫੈਸਲਾ ਕਰਨਗੇ ਉਹਨਾਂ ਦੇ ਕਿਹੜੇ ਨੁਮਾਇੰਦੇ ਹੋਣਗੇ। ਜਿਵੇਂ ਹਿਮਾਚਲ ਵਾਲੇ ਹਿਮਾਚਲ ਵਾਲਿਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਮੱਧ ਪ੍ਰਦੇਸ਼ ਵਾਲੇ ਮੱਧ ਪ੍ਰਦੇਸ਼ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤਾਂ ਇਸ ਢੰਗ ਨਾਲ ਇਹ 2-3 ਗੱਲਾਂ ਪਾਸ ਕਰਕੇ ਜਿਹੜਾ ਹੁਣ ਟ੍ਰੇਡ ਡੀਲ ਸਾਡੇ ਸਿਰ ਤੇ ਆ ਗਈ ਆ ਔਰ ਮੈਂ ਕਹਿੰਦਾ ਏਕਤਾ ਹੋਈ ਆ। ਫਿਰ ਵੀ ਲੇਟ ਹੋਏ ਆ, ਜੇ ਏਕਤਾ ਪਹਿਲੋਂ ਹੁੰਦੀ ਤੇ ਸ਼ਾਇਦ ਇਹਦੇ ਰਿਜ਼ਲਟ ਵਧੀਆ ਨਿਕਲਦੇ। ਤਾਂ ਇਹ ਚੰਗਾ ਸੁਹਾਵਣਾ ਸਮਾਂ ਵਾ। ਅਰੇ ਇਹ ਦੇਖੋ, ਇਹ ਜੱਜ ਦਾ ਏਕਤਾ ਲਗਭਗ ਪੂਰੇ ਦੇਸ਼ ਨੂੰ ਇੱਕ ਨਵੀਂ ਰੂਹ ਫੂਕੂਗੀ, ਕਿਸਾਨਾਂ ਮਜ਼ਦੂਰਾਂ ਨੂੰ ਹੌਸਲਾ ਬਖਸ਼ੂਗੀ ਔਰ ਮੋਦੀ ਸਰਕਾਰ ਦੀਆਂ ਜਿਹੜੀਆਂ ਦੇਸ਼ ਨੂੰ ਲੁੱਟਣ ਦੀਆਂ, ਕੁੱਟਣ ਦੀਆਂ, ਖੇਤੀ ਸੈਕਟਰ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਉਹਨੂੰ ਪਛਾਣ ਧੱਕਣ ਦੇ ਵਿੱਚ ਕਾਮਯਾਬ ਹੋਊਗੀ ਜੋ ਅਸੀਂ ਸਮਝਦੇ ਹਾਂ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। नमस्कार साथियों, नमस्कार। जिस चीज की आंदोलन जो हुआ था 21-22 में, उसके बाद लगातार इस बात को किसान महसूस कर रहे थे अपने आप को ठगा हुआ। इस बीच में चंडूनी जी ने आवाज दी कि हम सब आपस में मतभेद भुलाकर और एक नई शुरुआत करते हैं। पूरा देश भी किसानों की ओर देख रहा है क्योंकि जब आंदोलन हमने जीता था तब लोगों ने कहा था कि केवल किसान है जो इस सरकार से टक्कर ले सकता है।
आज देश का लोकतंत्र बहुत खतरे में है। चारों खंभे हमारे लोकतंत्र के ध्वस्त हो चुके हैं और पूरा देश आज किसान की ओर देख रहा है। इसलिए हम लोगों ने जो आज तय किया है, देश बचाओ मोर्चा, किसानों की मांगों तो है ही, प्रमुखता के साथ में फ्री ट्रेड एग्रीमेंट भी है, मगर साथ में हमको देश को बचाना है। अब देश कैसे बचेगा? जनता के मुद्दे भी हैं, बेरोजगारों के मुद्दे भी हैं और हमारे तमाम संस्थाओं के मुद्दे भी हैं। ये तमाम मुद्दों को लेकर आज वैसे भी इस देश को लंबे समय से डिमांड चल रही थी कि एक जन क्रांति की आवश्यकता है, एक लोक क्रांति की आवश्यकता है। तो इस पूरे आंदोलन को एक लोक क्रांति, जन क्रांति, जो लोकनायक जयप्रकाश संपूर्ण क्रांति जो हुई थी 1970 से लेकर 75 के बीच में, जिसका परिणाम आया था सत्ता परिवर्तन, तो ऐसी क्रांति की आवश्यकता थी। ऐसे समय में आबादी टंडन जी ने, और इस बात की प्रसन्नता है कि सभी साथी उनकी आवाज में सुर मिलाते हुए इकट्ठे हुए हैं और पूरे जोश और उत्साह के साथ ये राष्ट्रव्यापी आंदोलन का आज यहां से हम लोग शुरुआत करते हैं। ऐसा 5 लोग की कमेटी है, उसके नाम अनाउंस कर दीजिए। सरदार वीएम सिंह, आपने सुना, सबने बताया आपको कि एक्शन प्लान भी हो गया है कि 15 तारीख को प्रधानमंत्री को हर सूबे से, हर जिले से, हर तहसील से, हर ब्लॉक से पत्र दिया जाएगा कि हम ये डील के अंदर खेती को और पशुपालन के अंदर जो आ रहा है ये हम नहीं चाहते हैं। आपको मालूम होगा ब्रुक रॉलिंस जो मंत्री के दायरे में काम करती है, सेक्रेटरी हैं यूनाइटेड स्टेट्स की, उन्होंने कहा था जब ये डील हो जाएगी उस समय हमारा डेयरी का जो है किसान बड़ा खुश हो जाएगा। मतलब क्या, वहां पर पाउडर मिल्क रहता है और 6 महीने में फेंक देते हैं उसको, एक्सपायरी डेट उसकी आ जाती है। अगर फेंक देते हैं 10 रुपए किलो भी यहाँ लेके आएंगे तो 20 रुपए किलो यहाँ पर आ जाएगा, दूध मिल जाएगा। बहुत लोग अपने अपने कारखाने बड़े लगा लेंगे, अदानी हो, अंबानी हो, हम में से कोई लगा लेगा बड़े बड़े कारखाने, और उसमें क्या होगा 20-25 में जब दूध बिकेगा तो हमारा जो किसान है जो 86% दूध पर निर्भर है आज देश के अंदर, पंजाब हरियाणा की बात नहीं पूरे देश की बात है, तो वो आदमी बच जाएगा। अगर ये डील हो गई तो वो आदमी मर जाएगा, खेती खत्म हो जाएगी। इसलिए देश बचाओ मोर्चा